हाँ जी। ਹਾਂਜੀ ਠੀਕ ਹੈ। ਹਾਂਜੀ ਜੈ ਐਮਸੀ ਦੀ ਸਾਰਿਆਂ ਨੂੰ ਪ੍ਰਭੂ ਦੀ ਆਨਲਾਈਨ ਸਰਵਿਸ ਦੇ ਵਿੱਚ ਸਾਰਿਆਂ ਦਾ ਸਵਾਗਤ ਆ। ਪ੍ਰਭੂ ਸਾਨੂੰ ਸਾਰਿਆਂ ਨੂੰ ਬਲੈਸ ਕਰੇ। ਜੋ ਵੀ ਪ੍ਰਭੂ ਨੇ ਵਚਨ ਦਿੱਤਾ ਵਾ ਪ੍ਰਭੂ ਦੇ ਸ਼ਬਦ ਹੋਣ। ਮੇਰੀ ਕੋਈ ਵੀ ਮੈਂ ਤਾਂ ਬੁੱਧੀਹੀਨ ਆ, ਪ੍ਰਭੂ ਦੀ ਬੁੱਧੀ ਨਾਲ ਜੋ ਵੀ ਪ੍ਰਭੂ ਨੇ ਮੈਨੂੰ ਕੁਛ ਦਿੱਤਾ ਹੈਗਾ। ਸੋ ਅਸੀਂ ਪਵਿੱਤਰ ਆਤਮਾ ਜੀ ਨੂੰ ਇਨਵਾਈਟ ਕਰਦੇ ਹਾਂ, ਉਹ ਸਾਨੂੰ ਸਭ ਨੂੰ ਸਿਖਾਉਣ ਤੇ ਅਸੀਂ ਸਾਰੇ ਇਸ ਦੇ ਵਿੱਚੋਂ ਸਿੱਖੀਏ। ਮੈਂ ਵੈਸੇ ਮੈਸੇਜ ਕੀਤਾ ਹੈਗਾ ਸੰਤ ਯਹੂਨਾ ਦਾ 14ਵਾਂ ਚੈਪਟਰ ਤੇ 15 ਤੋਂ ਲੈ ਕੇ 31 ਤੱਕ ਹੈਗੀ ਆ। ਸੋ ਚੈਪਟਰ John chapter 14, 15 to 31. ਸੋ ਜਿੱਦਾਂ ਆਪਾਂ ਭਜਨ ਵੀ ਸੁਣਿਆ ਹੈਗਾ, ਭਜਨ ਜਿਹੜਾ ਆਪਾਂ ਵਚਨ ਵੀ ਹੈਗਾ ਅੱਜ ਪਵਿੱਤਰ ਆਤਮਾ ਦੇ ਲਈ ਹੈਗਾ, ਪ੍ਰਭੂ ਨੇ ਦਿੱਤਾ ਜੋ ਵੀ ਮੈਨੂੰ। ਸੋ ਪਵਿੱਤਰ ਆਤਮਾ ਦੇ ਲਈ ਵਚਨ, ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੁਸੀਂ ਮੇਰੀ ਆਗਿਆਵਾਂ ਦਾ ਪਾਲਣ ਕਰੋਗੇ। ਮੈਂ ਪਿਤਾ ਨੂੰ ਬੇਨਤੀ ਕਰਾਂਗਾ ਅਤੇ ਉਹ ਤੁਹਾਨੂੰ ਦੂਜਾ ਮਦਦਗਾਰ ਦੇਵੇਗਾ ਕਿ ਉਹ ਸਦਾ ਤੁਹਾਡੇ ਨਾਲ ਰਹੇ, ਅਰਥਾਤ ਸੱਤ ਦਾ ਆਤਮਾ, ਜਿਸ ਨੂੰ ਸੰਸਾਰ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਨਾ ਤਾਂ ਸੰਸਾਰ ਉਸ ਨੂੰ ਦੇਖਦਾ ਹੈ ਅਤੇ ਨਾ ਹੀ ਜਾਣਦਾ ਹੈ, ਪਰ ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ। ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ, ਮੈਂ ਤੁਹਾਡੇ ਕੋਲ ਆ ਰਿਹਾ ਹਾਂ। ਥੋੜਾ ਚਿਰ ਹੈ, ਫਿਰ ਸੰਸਾਰ ਮੈਨੂੰ ਕਦੀ ਨਹੀਂ ਦੇਖੇਗਾ, ਪਰ ਤੁਸੀਂ ਮੈਨੂੰ ਦੇਖੋਗੇ। ਮੈਂ ਜਿਉਂਦਾ ਹਾਂ, ਇਸ ਲਈ ਤੁਸੀਂ ਵੀ ਜਿਉਂਗੇ। ਉਸ ਦਿਨ ਤੁਸੀਂ ਜਾਣੋਗੇ ਕਿ ਮੈਂ ਪਿਤਾ ਵਿੱਚ ਹਾਂ, ਤੁਸੀਂ ਮੇਰੇ ਵਿੱਚ ਹੋ ਅਤੇ ਮੈਂ ਤੁਹਾਡੇ ਵਿੱਚ ਹਾਂ। ਜੋ ਮੇਰੀਆਂ ਆਗਿਆਵਾਂ ਨੂੰ ਮੰਨਦਾ ਹੈ ਅਤੇ ਉਹਨਾਂ ਉੱਤੇ ਚੱਲਦਾ ਹੈ, ਉਹੀ ਹੈ ਜੋ ਮੈਨੂੰ ਪਿਆਰ ਕਰਦਾ ਹੈ। ਉਸ ਨੂੰ ਮੇਰਾ ਪਿਤਾ ਪਿਆਰ ਕਰੇਗਾ ਅਤੇ ਮੈਂ ਆਪਣੇ ਆਪ ਨੂੰ ਉਸ ਉੱਤੇ ਪ੍ਰਗਟ ਕਰਾਂਗਾ। ਯਹੂਦਾ ਇਸਕਰਿਓਤੀ ਨੇ ਯਿਸੂ ਤੋਂ ਪੁੱਛਿਆ, ਪ੍ਰਭੂ ਜੀ ਇਹ ਕੀ ਗੱਲ ਹੈ, ਤੁਸੀਂ ਸਾਡੇ ਉੱਤੇ ਆਪਣੇ ਆਪ ਨੂੰ ਪ੍ਰਗਟ ਕਰੋਗੇ ਪਰ ਬਾਕੀ ਸੰਸਾਰ ਉੱਤੇ ਨਹੀਂ? ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਜੋ ਕਿ ਮੈਨੂੰ ਪਿਆਰ ਕਰੇਗਾ ਉਹ ਮੇਰੇ ਉਪਦੇਸ਼ ਨੂੰ ਵੀ ਮੰਨੇਗਾ। ਫਿਰ ਮੇਰਾ ਪਿਤਾ ਉਸ ਨੂੰ ਪਿਆਰ ਕਰੇਗਾ ਅਤੇ ਅਸੀਂ ਉਸ ਦੇ ਕੋਲ ਆਵਾਂਗੇ ਤੇ ਉਸ ਦੇ ਨਾਲ ਰਹਾਂਗੇ। ਪਰ ਜੋ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਵਚਨਾਂ ਨੂੰ ਵੀ ਨਹੀਂ ਮੰਨਦਾ। ਇਹ ਵਚਨ ਜੋ ਤੁਸੀਂ ਸੁਣ ਰਹੇ ਹੋ ਮੇਰੇ ਨਹੀਂ, ਇਹ ਮੇਰੇ ਭੇਜਣ ਵਾਲੇ ਪਿਤਾ ਦੇ ਹਨ। ਤੁਹਾਡੇ ਨਾਲ ਰਹਿੰਦਿਆਂ ਹੋਇਆਂ ਹੀ ਮੈਂ ਇਹ ਗੱਲਾਂ ਤੁਹਾਨੂੰ ਦੱਸ ਦਿੱਤੀਆਂ ਹਨ। ਪਰ ਫਿਰ ਮਦਦਗਾਰ ਅਰਥਾਤ ਪਵਿੱਤਰ ਆਤਮਾ, ਜਿਸ ਨੂੰ ਪਿਤਾ ਮੇਰੇ ਨਾਂ ਉੱਤੇ ਘੱਲੇਗਾ, ਉਹ ਤੁਹਾਨੂੰ ਇਹ ਸਾਰੀਆਂ ਗੱਲਾਂ ਸਿਖਾਵੇਗਾ ਤੇ ਇਹ ਸਭ ਜੋ ਕੁਝ ਮੈਂ ਤੁਹਾਨੂੰ ਕਿਹਾ ਹੈ ਯਾਦ ਕਰਵਾਵੇਗਾ। ਮੈਂ ਸ਼ਾਂਤੀ ਤੁਹਾਨੂੰ ਦੇ ਰਿਹਾ ਹਾਂ, ਆਪਣੀ ਸ਼ਾਂਤੀ ਤੁਹਾਨੂੰ ਦੇ ਰਿਹਾ ਹਾਂ। ਮੈਂ ਤੁਹਾਨੂੰ ਇਸ ਤਰ੍ਹਾਂ ਨਹੀਂ ਦਿੰਦਾ ਜਿਸ ਤਰ੍ਹਾਂ ਕਿ ਸੰਸਾਰ ਦਿੰਦਾ ਹੈ। ਤੁਹਾਡਾ ਦਿਲ ਨਾ ਘਬਰਾਏ ਅਤੇ ਨਾ ਤੁਸੀਂ ਡਰਨਾ। ਤੁਸੀਂ ਸੁਣਿਆ ਹੈ ਕਿ ਮੈਂ ਤੁਹਾਨੂੰ ਕਿਹਾ ਹੈ, ਮੈਂ ਜਾ ਰਿਹਾ ਹਾਂ ਤੇ ਫਿਰ ਤੁਹਾਡੇ ਕੋਲ ਆ ਰਿਹਾ ਹਾਂ। ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਤਾਂ ਤੁਸੀਂ ਖੁਸ਼ ਵੀ ਹੁੰਦੇ ਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ, ਕਿਉਂਕਿ ਪਿਤਾ ਮੇਰੇ ਤੋਂ ਮਹਾਨ ਹੈ। ਹੁਣ ਤੁਹਾਨੂੰ ਇਹ ਸਭ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਹੈ ਤਾਂ ਜੋ ਜਦੋਂ ਇਹ ਹੋਵੇ ਤੁਸੀਂ ਵਿਸ਼ਵਾਸ ਕਰੋ। ਮੈਂ ਤੁਹਾਡੇ ਨਾਲ ਹੋਰ ਜ਼ਿਆਦਾ ਦੇਰ ਨਹੀਂ ਬੋਲਾਂਗਾ, ਕਿਉਂਕਿ ਇਹ ਸੰਸਾਰ ਦਾ ਸਰਦਾਰ ਆ ਰਿਹਾ ਹੈ, ਉਸ ਨੂੰ ਮੇਰੇ ਉੱਤੇ ਕੋਈ ਅਧਿਕਾਰ ਨਹੀਂ। ਪਰ ਫਿਰ ਵੀ ਜਿਸ ਤਰ੍ਹਾਂ ਪਿਤਾ ਨੇ ਮੈਨੂੰ ਘੱਲਿਆ ਹੈ ਮੈਂ ਉਸੇ ਤਰ੍ਹਾਂ ਕਰਦਾ ਹਾਂ ਕਿ ਦੁਨੀਆ ਜਾਣੇ ਕਿ ਮੈਂ ਪਿਤਾ ਨੂੰ ਪਿਆਰ ਕਰਦਾ ਹਾਂ। ਉੱਠੋ ਇੱਥੋਂ ਚੱਲੀਏ। ਸੋ ਪ੍ਰਭੂ ਦੀ ਕਿਰਪਾ ਆ। ਵੈਰੀ ਫਸਟ ਟਾਈਮ ਲਾਈਕ ਇਹ ਚੈਪਟਰ ਮੈਂ ਪਤਾ ਨਹੀਂ ਕਿੰਨੀ ਕੁ ਵਾਰ ਪੜ੍ਹ ਲਿਆ, ਲਾਈਕ ਮੋਰ ਮਲਟੀ ਟਾਈਮ 8 ਵਾਰ ਪੜ੍ਹ ਲਿਆ ਹੋਣਾ, ਜ਼ਿਆਦਾ ਵੀ ਹੋ ਸਕਦਾ। ਸੋ ਐਵਰੀ ਟਾਈਮ ਪ੍ਰਭੂ ਨੇ ਮੈਨੂੰ ਬੜਾ ਬਲੈਸ ਕੀਤਾ। ਇਹਦੇ ਵਿੱਚ ਨਵੀਆਂ ਗੱਲਾਂ ਪ੍ਰਭੂ ਨੇ ਸਿਖਾਈਆਂ। ਜਿੱਦਾਂ ਮੈਂ ਆਈ ਥਿੰਕ ਕਪਲ ਵੀਕਸ ਪਹਿਲਾਂ ਮੈਂ 14 ਦਾ 1 ਤੋਂ ਲੈ ਕੇ 7 ਤੱਕ ਸ਼ੁਰੂ ਕੀਤਾ ਸੀਗਾ। ਜਦੋਂ ਮੈਂ ਪੜ੍ਹਦੀ ਪਈ ਸੀਗੀ ਤੇ ਸਾਰੇ ਚੈਪਟਰ ਦੇ ਵਿੱਚ ਪ੍ਰਭੂ ਨੇ ਜਿੱਦਾਂ ਸਾਨੂੰ ਜਿੱਦਾਂ ਅਸੀਂ ਕਹਿ ਦਿੰਦੇ ਹਾਂ ਵਿਰਸਾ ਹੈ ਸਾਡਾ, ਇਹਨਾਂ ਵਿੱਚ ਪ੍ਰਭੂ ਨੇ ਸਾਨੂੰ ਇੰਨੇ ਪ੍ਰੋਮਿਸਿਸ ਕੀਤੇ ਹੈਗੇ ਨੇ, ਐਕਸੈਪਟ ਲਾਈਕ 21 ਤੋਂ ਲੈ ਕੇ 24 ਦੇ ਵਿੱਚ ਇਹਦੇ ਵਿੱਚ ਸਾਡੇ ਲਈ ਆਗਿਆਵਾਂ ਹੈਗੀਆਂ ਵੀ ਹਾਂ ਅਸੀਂ ਕੀ ਕਰਨਾ ਅਸੀਂ ਇਹਨਾਂ ਚੀਜ਼ਾਂ ਨੂੰ ਲੈਣ ਲਈ। ਸੋ ਪਹਿਲਾਂ ਜਿੱਦਾਂ 14 ਦੇ ਪਹਿਲੇ ਵਿੱਚ ਤਾਂ ਜਿੱਦਾਂ ਆਪਾਂ ਉਸ ਦਿਨ ਮੈਂ ਸ਼ੇਅਰ ਕੀਤਾ ਸੀਗਾ, ਪ੍ਰਭੂ ਕਹਿੰਦੇ ਆ ਵੀ ਮੈਂ ਪਰਮੇਸ਼ਵਰ ਕੋਲ ਜਾ ਰਿਹਾ, ਮੈਂ ਫਿਰ ਤੁਹਾਡੇ ਲਈ ਥਾਂ ਤਿਆਰ ਕਰਨ ਜਾ ਰਿਹਾ। ਸੋ ਇਹ ਸਾਰੇ ਦੇ ਵਿੱਚ ਜਿੱਦਾਂ ਕਹਿ ਦਿੰਦੇ ਸਾਨੂੰ ਪ੍ਰਭੂ ਨੇ ਵਿਰਸਾ ਦਿੱਤਾ। ਸਾਨੂੰ ਪਹਿਲਾ ਵਿਰਸਾ ਸੀਗਾ ਸਾਨੂੰ ਪਵਿੱਤਰ ਆਤਮਾ। ਸੋ ਪਵਿੱਤਰ ਆਤਮਾ ਬਾਰੇ ਅੱਜ ਜਿਹੜੀ ਹੈਗੀ ਆ ਮੈਂ ਸ਼ੇਅਰ ਕਰਨਾ ਹੈਗਾ। ਸੋ ਵਿਰਸਾ ਜਿਵੇਂ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਵਿਰਸਾ ਕੀ ਹੁੰਦਾ ਹੈ। ਜਿਵੇਂ ਆਪਣੇ ਮਾਂ ਬਾਪ ਆਪਾਂ ਨੂੰ ਵਿਰਸਾ ਛੱਡ ਕੇ ਜਾਂਦੇ ਆ, ਉਦੋਂ ਗਾਂ ਅਸੀਂ ਆਪਣੇ ਬੱਚਿਆਂ ਨੂੰ ਦੇਣਾ ਹੈਗਾ। ਪਰ ਇਹ ਹੈਗਾ ਵਾ ਜਿਵੇਂ ਉਹ ਤਾਂ ਚਲ ਦੁਨਿਆਵੀ ਹੈਗਾ, ਪਰ ਪ੍ਰਭੂ ਨੇ ਸਾਨੂੰ ਉਹ ਵਿਰਸਾ ਦਿੱਤਾ ਆ ਜਿਹੜਾ ਕਿ ਕਦੀ ਨਾ ਖਤਮ ਹੋਣ ਵਾਲਾ। ਜਿਵੇਂ ਉਹ ਹਮੇਸ਼ਾ ਦੇ ਲਈ ਸਾਡੇ ਨਾਲ ਹੀ ਰਹਿਣਾ ਹੈਗਾ।
ਉਹਦੇ ਵਿੱਚ ਜਿਵੇਂ ਅਸੀਂ ਦੇਖਿਆ ਹੈਗਾ ਹਮੇਸ਼ਾ ਪ੍ਰਭੂ ਸਾਡੇ ਲਈ ਘਰ ਤਿਆਰ ਕਰਨ ਜਾਂਦੇ 14ਵੇਂ ਚੈਪਟਰ ਦੇ ਪਹਿਲੇ ਵਰਸ ਦੇ ਵਿੱਚ। ਫਿਰ 15ਵੇਂ ਵਿੱਚ ਅਸੀਂ ਦੇਖਦੇ ਹੈਗੇ ਸਾਨੂੰ ਉਹ ਹੋਲੀ ਸਪਿਰਿਟ ਦਿੰਦੇ ਆ। ਫਿਰ ਅਸੀਂ ਦੇਖਦੇ ਹੈਗੇ ਆ ਸਾਨੂੰ 27 ਦੇ ਵਿੱਚ ਸਾਨੂੰ ਉਹ ਪੀਸ ਦਿੰਦੇ ਆ, ਸਾਨੂੰ ਫਿਰ ਸਿਕਿਉਰਿਟੀ ਦਿੰਦੇ ਆ। ਸੋ ਸਾਡੇ ਲਈ ਉਹਨਾਂ ਨੇ ਉਹਦੇ ਵਿੱਚ ਸਾਨੂੰ ਇਟਰਨਲ ਲਾਈਫ ਦਿੱਤੀ ਆ ਸਵਰਗ ਦੇ ਵਿੱਚ, ਹਮੇਸ਼ਾ ਦੇ ਲਈ ਸਾਡੇ ਲਈ ਜਗ੍ਹਾ ਬਣਾਈ ਆ। ਤੇ ਫਿਰ ਉਹ ਇਹ ਵੀ ਕਹਿੰਦੇ ਹੈਗੇ ਨੇ ਵੀ ਮੈਂ ਤੁਹਾਨੂੰ ਕਦੀ ਵੀ ਇਕੱਲਿਆਂ ਨੂੰ ਛੱਡੂਗਾ, ਕਦੇ ਤੁਹਾਨੂੰ ਅਨਾਥ ਨਹੀਂ ਛੱਡੂਗਾ। ਸੋ ਦੇਰ ਸੋ ਮੈਨੀ ਪ੍ਰੋਮਿਸਿਸ। ਸੋ ਮੈਨੂੰ ਬੜੀ ਬਲੈਸਿੰਗ ਮਿਲੀ। ਮੈਂ ਕਿਹਾ ਵੀ ਏਦਾਂ ਕੋਈ ਸਾਨੂੰ ਇਨਸਾਨ ਇੰਨਾ ਪ੍ਰੋਮਿਸ ਨਹੀਂ ਕਰਦਾ ਜਿੱਦਾਂ ਪ੍ਰਭੂ ਨੇ ਸਾਨੂੰ ਹਮੇਸ਼ਾ ਦੇ ਲਈ ਇੰਨੇ ਪ੍ਰੋਮਿਸ ਦਿੱਤੇ ਨੇ। ਸੋ ਇਹ ਸਾਰੇ ਜਿੱਦਾਂ ਪਰ ਜਦੋਂ ਹੁਣ 15ਵੇਂ ਵਿੱਚ ਕਹਿੰਦੇ ਨੇ, ਪ੍ਰਭੂ ਕਹਿੰਦੇ ਕਿ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ, ਤੁਸੀਂ ਮੇਰੀਆਂ ਆਗਿਆਵਾਂ ਦਾ ਪਾਲਣ ਕਰੋਗੇ। ਸੋ ਅਸੀਂ ਇਹ ਤਾਂ ਬਹੁਤ ਈਜ਼ੀ ਕਹਿ ਦਿੰਦੇ ਆ ਵੀ ਹਾਂ ਉਹ ਵੀ ਲਵ ਜੀਸਸ, ਅਸੀਂ ਪ੍ਰਭੂ ਜੀ ਨੂੰ ਬਹੁਤ ਜ਼ਿਆਦਾ, ਪ੍ਰਭੂ ਜੀ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ। ਤੇ ਪ੍ਰਭੂ ਨੇ ਉਹੀ 15ਵੇਂ ਵਰਸ ਦੇ ਵਿੱਚ ਕਿਹਾ ਕਿ ਜੇਕਰ ਅਸੀਂ ਪ੍ਰਭੂ ਦੇ ਹੁਕਮਾਂ ਤੇ ਚੱਲਦੇ ਹਾਂ ਤਾਂ ਹੀ ਅਸੀਂ ਪ੍ਰੂਵ ਕਰ ਸਕਦੇ ਹਾਂ ਕਿ ਹਾਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਬਹੁਤ ਪਿਆਰ ਕਰਦੇ ਹਾਂ। ਪਰ ਇਹ ਸਾਡੇ ਲਈ ਬਹੁਤ ਔਖਾ ਕਿਉਂਕਿ ਅਸੀਂ ਇਨਸਾਨ ਹਾਂ ਤੇ ਪ੍ਰਭੂ ਵੀ ਸਾਡੀਆਂ ਕਮਜ਼ੋਰੀਆਂ ਨੂੰ ਜਾਣਦੇ ਆ ਕਿਉਂਕਿ ਉਹ ਆਪ ਵੀ ਇਨਸਾਨ ਬਣ ਕੇ ਧਰਤੀ ਤੇ ਆਏ ਸੀਗੇ। ਸੋ ਅਸੀਂ ਕਮਜ਼ੋਰ ਹਾਂ। ਜਦੋਂ ਅਸੀਂ ਸਾਡੇ ਤੋਂ ਬਹੁਤ ਔਖਾ ਹੁੰਦਾ ਵਾ ਜੇ ਪ੍ਰਭੂ ਕਈ ਵਾਰ ਸਾਨੂੰ ਜਿੱਦਾਂ ਹੁੰਦਾ ਐਗਜ਼ਾਮਪਲ ਅਸੀਂ ਕਿਸੇ ਨੂੰ ਜਿਹੜੇ ਪ੍ਰਭੂ ਨੇ ਕਿਹਾ ਤੁਸੀਂ ਆਪਣੇ ਦੁਸ਼ਮਣਾਂ ਨੂੰ ਪਿਆਰ ਕਰੋ। ਸੋ ਸਾਡੇ ਲਈ ਬਹੁਤ ਔਖਾ ਹੈ। ਪਰ ਮੱਤੀ 5:44 ਵਿੱਚ ਕਿਹਾ ਕਿ ਪਰ ਮੈਂ ਤੁਹਾਨੂੰ ਕਹਿੰਦਾ ਹਾਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਤੇ ਆਪਣੇ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਰੋ। ਸੋ ਇਹ ਸਭ ਕੁਝ ਅਸੀਂ ਆਪਣੀ ਤਾਕਤ ਨਾਲ ਹੀ ਕਰ ਸਕਦੇ। ਸੋ ਇਸੇ ਕਰਕੇ ਪਰਮੇਸ਼ਰ ਨੇ ਸਾਨੂੰ ਆਪਣਾ ਪਵਿੱਤਰ ਆਤਮਾ ਦਿੱਤਾ। ਸੋ ਜਿਹੜਾ ਕਿ ਸੱਤ ਦਾ ਆਤਮਾ ਸਾਨੂੰ ਹਮੇਸ਼ਾ ਤਾਕਤ ਦਿੰਦਾ ਵਾ। ਸੋ ਪਵਿੱਤਰ ਆਤਮਾ ਸਾਨੂੰ ਉਦੋਂ ਮਿਲਦਾ ਜਦੋਂ ਅਸੀਂ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਹਾਂ। ਸੋ ਇਸੇ ਕਰਕੇ ਪ੍ਰਭੂ ਨੇ 2 ਵਾਰ ਕਿਹਾ 17 ਤੇ 22 ਦੇ ਵਿੱਚ ਕਿ ਉਹ ਸੰਸਾਰ ਇਸ ਨੂੰ ਨਹੀਂ ਪ੍ਰਾਪਤ ਕਰ ਸਕਦਾ ਕਿਉਂਕਿ ਸੰਸਾਰ ਵਿੱਚ ਅਸੀਂ ਵੀ ਸੀਗੇ ਪਹਿਲਾਂ ਜਦੋਂ ਅਸੀਂ ਯਿਸੂ ਮਸੀਹ ਤੇ ਵਿਸ਼ਵਾਸ ਨਹੀਂ ਕਰਦੇ ਸੀਗੇ ਤੇ ਸਾਨੂੰ ਵੀ ਇਹ ਪਵਿੱਤਰ ਆਤਮਾ ਨਹੀਂ ਮਿਲਿਆ ਸੀਗਾ। ਸੋ ਪਵਿੱਤਰ ਆਤਮਾ ਸਾਡੀ ਮਦਦ ਕਰਦਾ ਉਹਨਾਂ ਗੱਲਾਂ ਜਿਹੜੀਆਂ ਸਾਡੇ ਲਈ ਔਖੀਆਂ ਹਨ। ਪਵਿੱਤਰ ਆਤਮਾ ਔਖੇ ਸਮੇਂ ਵਿੱਚ ਸਾਡੀ ਮਦਦ ਕਰਦਾ, ਸਾਨੂੰ ਕੰਫਰਟ ਦਿੰਦਾ, ਸਾਨੂੰ ਸ਼ਾਂਤੀ ਦਿੰਦਾ। ਪਵਿੱਤਰ ਆਤਮਾ ਸਾਡੀ ਮਦਦ ਕਰਦਾ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਐਜ਼ ਅ ਐਡਵੋਕੇਟ। ਜਿੱਦਾਂ ਕੋਰਟ ਦੇ ਵਿੱਚ ਕਿਸੇ ਦਾ ਕੋਈ ਕਿਸੇ ਤੇ ਇਲਜ਼ਾਮ ਲੱਗੇ ਹੁੰਦੇ ਆ ਤੇ ਉਹ ਲਾਇਰ ਉਹਨੂੰ ਜਾ ਕੇ ਉਹਦੇ ਲਈ ਫਾਈਟ ਕਰਦਾ ਹੈਗਾ। ਉਹ ਬੰਦੇ ਨੂੰ ਬੋਲਣ ਦੀ ਲੋੜ ਨਹੀਂ ਹੁੰਦੀ। ਸੋ ਉਹਨੂੰ ਪ੍ਰੋਟੈਕਟ ਕਰਦਾ ਵਾ। ਏਦਾਂ ਹੀ ਮਾਰਕਸ 13:11 ਦੇ ਵਿੱਚ ਪ੍ਰਭੂ ਨੇ ਕਿਹਾ ਕਿ ਪ੍ਰਭੂ ਯਿਸੂ ਆਪਣੇ ਚੇਲਿਆਂ ਨੂੰ ਕਹਿੰਦੇ ਹਨ ਉਹਨਾਂ ਦੇ ਵਿਸ਼ਵਾਸ ਕਾਰਨ ਜਿਹੜੇ ਆਪੋਜ਼ਿਟ ਲੀਡਰ ਨੇ ਉਹਨਾਂ ਨੂੰ ਅਰੈਸਟ ਕਰਨਗੇ ਪਰ ਪਵਿੱਤਰ ਆਤਮਾ ਐਡਵੋਕੇਟ ਉਹਨਾਂ ਵੱਲੋਂ ਬੋਲੇਗਾ। ਪ੍ਰਭੂ ਯਿਸੂ ਜੋ ਧਰਤੀ ਤੇ ਸਨ ਉਹ ਆਪਣੇ ਚੇਲਿਆਂ ਵੱਲੋਂ ਬੋਲਦੇ ਸਨ। ਜਿਵੇਂ ਉਹਨਾਂ ਨੇ ਲੂਕ 22:32 ਦੇ ਵਿੱਚ ਉਹਨਾਂ ਨੇ ਪਤਰਸ ਦੇ ਲਈ ਪ੍ਰਾਰਥਨਾ ਕੀਤੀ ਕਿ ਪਤਰਸ ਦਾ ਵਿਸ਼ਵਾਸ ਨਾ ਡਗਮਗਾਏ। ਫਿਰ ਦੁਆ ਚ ਅਸੀਂ ਮਾਰਕ 2:23-28 ਵਿੱਚ ਪੜ੍ਹਦੇ ਹਾਂ ਕਿ ਜਦੋਂ ਉਹ ਪ੍ਰਭੂ ਯਿਸੂ ਦੇ ਚੇਲੇ ਆਪਣੇ ਖੇਤਾਂ ਵਿੱਚੋਂ ਛਿੱਟੇ ਕਣਕ ਦੇ ਛਿੱਟੇ ਤੋੜ ਕੇ ਖਾਂਦੇ ਆ ਤੇ ਉਦੋਂ ਪ੍ਰਭੂ ਯਿਸੂ ਯਹੂਦੀ ਉਹ ਕਹਿੰਦੇ ਇਹ ਲਾ ਦੇ ਖਿਲਾਫ ਆ। ਫਿਰ ਪ੍ਰਭੂ ਯਿਸੂ ਉਹਨਾਂ ਲਈ ਉਹਨਾਂ ਨਾਲ ਜਿੱਦਾਂ ਉਹਨਾਂ ਲਈ ਫਰੀਸੀਆਂ ਦੇ ਨਾਲ ਗੱਲਬਾਤ ਕਰਦੇ ਜਾਂ ਆਪਾਂ ਕਹਿੰਦੇ ਹਾਂ ਆਪਣੇ ਚੇਲਿਆਂ ਦੇ ਲਈ ਫਰੀਸੀਆਂ ਨੂੰ ਬਚਾਉਂਦੇ ਫਰੀਸੀਆਂ ਨਾਲ ਚੇਲਿਆਂ ਨੂੰ ਬਚਾਉਂਦੇ ਹੈਗੇ, ਚੇਲਿਆਂ ਨੂੰ ਪ੍ਰੋਟੈਕਟ ਕਰਦੇ ਆ। ਸੋ ਪ੍ਰਭੂ ਯਿਸੂ ਸਾਨੂੰ ਵੀ ਅੱਜ ਇਹੀ ਕਹਿੰਦੇ ਨੇ ਕਿ ਸਾਡੇ ਕੋਲ ਸੱਤ ਦਾ ਆਤਮਾ ਜਿਹੜਾ ਹਮੇਸ਼ਾ ਸਾਡੇ ਨਾਲ ਰਹਿੰਦਾ, ਸਾਨੂੰ ਕਦੀ ਵੀ ਨਾਥ ਨਹੀਂ ਛੱਡਦਾ ਹੈਗਾ। ਸੋ ਫਿਰ 17ਵੇਂ ਚੈਪਟਰ ਦੇ ਵਿੱਚ ਉਹੀ ਪ੍ਰਭੂ ਕਹਿੰਦੇ ਨੇ ਕਿ ਇਹਨੂੰ ਸੰਸਾਰ ਨਹੀਂ ਪ੍ਰਾਪਤ ਕਰ ਸਕਦਾ ਕਿਉਂਕਿ ਉਹ ਯਿਸੂ ਮਸੀਹ ਤੇ ਵਿਸ਼ਵਾਸ ਨਹੀਂ ਕਰਦੇ ਹੈਗੇ। ਤੇ ਅਨਾਥ ਛੱਡਣ ਦਾ ਮਤਲਬ ਹੈਗਾ ਕਿ ਯਿਸੂ ਮਸੀਹ ਜਦੋਂ ਉਹ ਧਰਤੀ ਤੇ ਸੀਗੇ ਉਦੋਂ ਆਪਣੇ ਚੇਲਿਆਂ ਦੇ ਨਾਲ ਸੀ। ਇਹ ਚੇਲਿਆਂ ਨੂੰ ਕਹਿੰਦੇ ਪਏ ਨੇ ਪਰ ਸਾਨੂੰ ਵੀ ਕਹਿੰਦੇ ਪਏ ਨੇ ਕਿ ਜਦੋਂ ਧਰਤੀ ਤੇ ਸੀਗੇ ਉਦੋਂ ਚੇਲਿਆਂ ਦੇ ਹਮੇਸ਼ਾ ਨਾਲ ਸੀਗੇ ਤੇ ਫਿਰ ਜਦੋਂ ਉਹ ਸਵਰਗ ਨੂੰ ਚਲੇ ਗਏ ਫਿਰ ਉਹਨਾਂ ਨੇ ਸਾਨੂੰ ਸੱਤ ਦਾ ਆਤਮਾ ਦਿੱਤਾ, ਦੂਜਾ ਮਦਦਗਾਰ ਦਿੱਤਾ। ਸੋ ਸਾਨੂੰ ਕਦੇ ਵੀ ਉਹ ਇਕੱਲੇ ਨਹੀਂ ਛੱਡਦੇ ਹੈਗੇ। ਸੋ ਅਸੀਂ ਚੈਪਟਰ 19 ਦੇ ਵਿੱਚ ਵਰਸ 19 ਦੇ ਵਿੱਚ ਦੇਖਦੇ ਹਾਂ ਕਿ ਉਹ ਕਹਿੰਦੇ ਕਿ ਤੁਸੀਂ ਥੋੜਾ ਚਿਰ ਹੈ ਫਿਰ ਸੰਸਾਰ ਮੈਨੂੰ ਕਦੀ ਨਹੀਂ ਦੇਖੇਗਾ ਪਰ ਤੁਸੀਂ ਮੈਨੂੰ ਦੇਖੋਗੇ, ਮੈਂ ਜਿਉਂਦਾ ਹਾਂ ਇਸ ਲਈ ਤੁਸੀਂ ਵੀ ਜਿਓਗੇ। ਸੋ ਇਹਦੇ ਵਿੱਚ ਪ੍ਰਭੂ ਸਾਨੂੰ ਆਪਣੇ ਚੇਲਿਆਂ ਨੂੰ ਦੱਸਦੇ ਪਏ ਨੇ ਕਿ ਉਹਨਾਂ ਨੇ ਜਿੱਦਾਂ ਕ੍ਰੂਸੀਫਾਈਡ ਹੋਣਾ ਫਿਰ ਤੀਸਰੇ ਦਿਨ ਉਹਨਾਂ ਨੇ ਜਿੰਦਾ ਹੋਣਾ। ਸੋ ਵਰਸ 20 ਦੇ ਵਿੱਚ ਫਿਰ ਉਹ ਕਹਿੰਦੇ ਉਸ ਦਿਨ ਤੁਸੀਂ ਜਾਣੋਗੇ ਕਿ ਮੈਂ ਪਿਤਾ ਵਿੱਚ ਹਾਂ,
ਤੁਸੀਂ ਮੇਰੇ ਵਿੱਚ ਅਤੇ ਮੈਂ ਤੁਹਾਡੇ ਵਿੱਚ ਹਾਂ। ਸੋ ਇਹ ਵਰਸ 20 ਦੇ ਵਿੱਚ ਹੈਗਾ ਕਿ ਮੈਂ ਪਿਤਾ ਵਿੱਚ ਹਾਂ, ਤੁਸੀਂ ਮੇਰੇ ਵਿੱਚ ਅਤੇ ਮੈਂ ਤੁਹਾਡੇ ਵਿੱਚ ਹਾਂ। ਮਤਲਬ ਅਸੀਂ ਸਾਰੇ ਜਿਹੜੇ ਮਸੀਹੀ ਭੈਣ ਭਰਾਵਾਂ ਪ੍ਰਭੂ ਯਿਸੂ ਵਿੱਚ ਇੱਕ ਹਾਂ। ਸੋ ਫਾਦਰ ਸਨ ਐਂਡ ਹੋਲੀ ਸਪਿਰਿਟ ਸਾਡੇ ਨਾਲ ਆ। ਸੋ ਤੁਸੀਂ ਮੇਰੇ ਵਿੱਚ ਦਾ ਮਤਲਬ ਹੈਗਾ ਕਿ ਅਸੀਂ ਪ੍ਰਭੂ ਯਿਸੂ ਦੇ ਵਿੱਚ ਵਿਸ਼ਵਾਸ ਕਰਦੇ ਹਾਂ। ਸੋ ਹੁਣ ਜਿਹੜਾ 21 ਤੋਂ ਲੈ ਕੇ 24 ਤੱਕ ਇਹ ਮੈਂ ਬਾਅਦ ਵਿੱਚ ਪੜ੍ਹਨਾ ਮੰਗਦੀ ਹਾਂ। ਸੋ ਹੁਣ ਮੈਂ 25 ਵਾਲਾ ਦੇਖਦੇ ਹਾਂ। ਸੋ ਜਦੋਂ 25 ਦੇ ਵਿੱਚ ਪ੍ਰਭੂ ਉਹਨਾਂ ਨੂੰ ਕਹਿੰਦੇ ਹਨ ਕਿ ਤੁਹਾਡੇ ਨਾਲ ਰਹਿੰਦੇ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਨੇ, ਪਰ ਜਦੋਂ ਮਦਦਗਾਰ ਆਵੇਗਾ ਅਰਥਾਤ ਪਵਿੱਤਰ ਆਤਮਾ ਜਿਸ ਨੂੰ ਪਿਤਾ ਮੇਰੇ ਨਾਂ ਉੱਤੇ ਘੱਲੇਗਾ ਉਹ ਤੁਹਾਨੂੰ ਸਾਰੀਆਂ ਗੱਲਾਂ ਸਿਖਾਵੇਗਾ ਅਤੇ ਇਹ ਸਭ ਜੋ ਕੁਝ ਮੈਂ ਤੁਹਾਨੂੰ ਕਿਹਾ ਹੈ ਯਾਦ ਕਰਵਾਵੇਗਾ। ਸੋ ਪ੍ਰਭੂ ਦੇ ਨਾਲ ਜਿਹੜੇ ਪ੍ਰਭੂ ਦੇ ਚੇਲੇ ਸੀਗੇ 3 ਸਾਲ ਰਹੇ ਤੇ ਪ੍ਰਭੂ ਨੇ ਜਦੋਂ ਉਹਨਾਂ ਦੇ ਨਾਲ ਸੀਗੇ ਪ੍ਰਭੂ, ਉਹਨਾਂ ਨੇ ਚੇਲਿਆਂ ਨੂੰ ਬਹੁਤ ਸਾਰੀਆਂ ਗੱਲਾਂ ਸਿਖਾਈਆਂ। ਸੋ ਮੈਂ ਇਮੇਜਿਨ ਕਰਦੀ ਪਈ ਸੀ ਕਿ ਵੀ ਜੇ ਉਸ ਟਾਈਮ ਅਸੀਂ ਪ੍ਰਭੂ ਦੇ ਨਾਲ ਹੁੰਦੇ, ਜਿਵੇਂ ਹੁਣ ਆਪਾਂ ਕਹਿੰਦੇ ਨੇ ਵੀ ਚੇਲਿਆਂ ਨੂੰ ਸਮਝ ਹੀ ਲੱਗਦੀ ਸੀ ਗੱਲਾਂ ਦੀ, ਪਰ ਮੈਂ ਆਪਦੇ ਆਪ ਨੂੰ ਉੱਥੇ ਕਰਕੇ ਦੇਖਿਆ। ਮੈਂ ਕਿਹਾ ਵੀ ਸੱਚਮੁੱਚ ਵੀ ਜਿਹੜੀਆਂ ਪ੍ਰਭੂ ਗੱਲਾਂ ਕਰਦੇ ਹੁੰਦੇ ਸੀ ਉਹ ਹੁੰਦੀਆਂ ਜਿੱਦਾਂ ਸਮਝ ਨਹੀਂ ਲੱਗ ਸਕਦੀ ਸੀਗੀ, ਉਹ ਥੋੜੀਆਂ ਵੀ ਜਿੱਦਾਂ ਆਮ ਲੋਕਾਂ ਨੂੰ ਨਹੀਂ ਸਮਝ ਲੱਗਦੀ ਸੀ। ਪਰ ਪ੍ਰਭੂ ਯਿਸੂ ਨੇ ਜਿਹੜੀਆਂ ਚੇਲਿਆਂ ਨੂੰ 3 ਸਾਲ ਗੱਲਾਂ ਸਿਖਾਈਆਂ ਤੇ ਉਹਨਾਂ ਨੇ ਉਹ ਇਹੀ ਕਹਿੰਦੇ ਪਏ ਨੇ 25 ਦੇ ਵਿੱਚ ਕਿ ਹੁਣ ਮੈਂ ਤੁਹਾਨੂੰ ਦੱਸਦਾ ਵਾਂ, ਪਰ ਜਦੋਂ ਪਵਿੱਤਰ ਆਤਮਾ ਆਊਗਾ ਉਹ ਤੁਹਾਨੂੰ ਇਹਨਾਂ ਬਾਰੇ ਸਿਖਾਊਗਾ। ਤੇ ਪਵਿੱਤਰ ਆਤਮਾ ਸਾਨੂੰ ਇਹ ਏਦਾਂ ਵੀ ਸਿਖਾਉਂਦਾ ਹੈ ਕਿ ਜਦੋਂ ਏਦਾਂ ਜਿੱਦਾਂ ਪ੍ਰਭੂ ਉਹਨਾਂ ਨੂੰ ਕਹਿੰਦੇ ਹੈਗੇ ਨੇ ਕਿ ਹਾਂ ਜਦੋਂ ਪਵਿੱਤਰ ਆਤਮਾ, ਹੁਣ ਮੈਂ ਤੁਹਾਨੂੰ ਦੱਸ ਦਿੱਤਾ ਪਰ ਜਦੋਂ ਪਵਿੱਤਰ ਆਤਮਾ ਆਊਗਾ ਇਹ ਗੱਲਾਂ ਤੁਹਾਨੂੰ ਸਿਖਾਊਗਾ। ਸੋ ਅੱਜ ਜਦੋਂ ਅਸੀਂ ਵੀ ਬਾਈਬਲ ਰੀਡ ਕਰਦੇ ਹੈਗੇ ਆ, ਸੋ ਪਵਿੱਤਰ ਆਤਮਾ ਸਾਡੀ ਵੀ ਮਦਦ ਕਰਦਾ, ਕਿਉਂਕਿ ਸਾਡੇ ਲਈ ਵੀ ਇਹ ਵਚਨ ਸਮਝਣਾ ਬਹੁਤ ਔਖਾ, ਕਿਉਂਕਿ ਇਹ ਬਹੁਤ ਡੂੰਘਾ ਸਮੁੰਦਰ ਆ। ਪਰ ਜਿਹੜਾ ਪ੍ਰਭੂ ਨੇ ਸਾਨੂੰ ਸੱਤ ਦਾ ਆਤਮਾ ਦਿੱਤਾ, ਪਵਿੱਤਰ ਆਤਮਾ ਦਿੱਤਾ, ਉਹ ਸਾਡੀ ਮਦਦ ਕਰਦਾ, ਸਾਡਾ ਟੀਚਰ ਬਣਦਾ ਆ। ਸੋ ਉਹ ਵੀ ਸਾਨੂੰ ਬਾਈਬਲ ਦੇ ਡੂੰਘੇ ਭੇਤ ਦੱਸਦਾ ਹੈਗਾ। ਸੋ ਉਹੀ ਪਵਿੱਤਰ ਆਤਮਾ ਅੱਜ ਸਾਡੇ ਵਿੱਚ ਆ ਜਿਹਨੇ ਮਸੀਹ ਨੂੰ ਮੁਰਦਿਆਂ ਚੋਂ ਜਿੰਦਾ ਕੀਤਾ। ਸੋ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਹਾਂ ਇਹ ਜਿਹੜਾ ਵਚਨ ਆ ਸੱਚ ਆ। ਸੋ ਕਿਉਂਕਿ ਪਵਿੱਤਰ ਆਤਮਾ ਸਾਡੀ ਮਦਦ ਕਰਦਾ। ਸੋ ਫਿਰ ਉਸ ਤੋਂ ਬਾਅਦ 27 ਦੇ ਵਿੱਚ ਪ੍ਰਭੂ ਨੇ ਕਿਹਾ ਕਿ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਮੈਂ ਆਪਣੀ ਸ਼ਾਂਤੀ ਤੁਹਾਨੂੰ ਦੇ ਰਿਹਾ ਹਾਂ ਜਿਸ ਤਰ੍ਹਾਂ ਸੰਸਾਰ ਨਹੀਂ ਦਿੰਦਾ। ਪ੍ਰਭੂ ਯਿਸੂ ਸਾਨੂੰ ਆਪਣੀ ਸ਼ਾਂਤੀ ਦਿੰਦੇ ਹਨ, ਕਿਉਂਕਿ ਇਸ ਸੰਸਾਰ ਦੇ ਵਿੱਚ ਤਾਂ ਅਸੀਂ ਹਮੇਸ਼ਾ ਦੁੱਖ ਪਾਉਂਦੇ ਆ, ਕੋਈ ਬਿਮਾਰੀ ਹੋਵੇ ਜਾਂ ਕੋਈ ਪੇਨ ਹੋਵੇ, ਭਾਵੇਂ ਜਿਹੜੇ ਲੋਕ ਨੇ ਸਾਨੂੰ ਆਪਣੇ ਵਿਸ਼ਵਾਸ ਕਰਕੇ ਰਿਜੈਕਟ ਵੀ ਕਰਦੇ ਨੇ, ਪਰ ਜਿਹੜੀ ਪਰਮੇਸ਼ਰ ਦੀ ਸ਼ਾਂਤੀ ਆ ਸਾਨੂੰ ਹਮੇਸ਼ਾ ਕੰਫਰਟ ਦਿੰਦੀ ਆ। ਸਾਨੂੰ ਪਤਾ ਹੁੰਦਾ ਕਿ ਪਰਮੇਸ਼ਰ ਸਾਡੇ ਨਾਲ। ਪ੍ਰਭੂ ਦੀ ਸ਼ਾਂਤੀ ਸਾਡੇ ਡਰ ਨੂੰ ਦੂਰ ਕਰਦੀ ਆ। ਪ੍ਰਭੂ ਯਿਸੂ ਉਹਨਾਂ ਸਭ ਨੂੰ ਆਪਣੀ ਸ਼ਾਂਤੀ ਦਿੰਦੇ ਹਨ ਜੋ ਮਸੀਹ ਤੇ ਵਿਸ਼ਵਾਸ ਕਰਦੇ ਹਨ, ਜਾਣੀ ਕਿ ਪ੍ਰਭੂ ਯਿਸੂ ਤੇ ਵਿਸ਼ਵਾਸ ਕਰਦੇ ਹਨ। ਸੋ ਉਸ ਤੋਂ ਬਾਅਦ 28 ਦੇ ਵਿੱਚ ਹੈਗਾ, ਤੁਸੀਂ ਸੁਣਿਆ ਹੈ ਕਿ ਮੈਂ ਤੁਹਾਨੂੰ ਕਿਹਾ ਹੈ ਮੈਂ ਜਾ ਰਿਹਾ ਹਾਂ ਤੇ ਫਿਰ ਤੁਹਾਡੇ ਕੋਲ ਆ ਰਿਹਾ ਹਾਂ। ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਤਾਂ ਤੁਸੀਂ ਖੁਸ਼ ਵੀ ਹੁੰਦੇ ਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ। ਸੋ ਏਦਾਂ ਉਹਨਾਂ ਨੇ ਇਹ ਜਿਹੜਾ ਹੈਗਾ 28 ਵਰਸ, ਏਦਾਂ ਹੀ ਉਹਨਾਂ ਨੇ ਜਿਹੜਾ 14 ਦਾ ਪਹਿਲਾ ਵਰਸ ਉਹਦੇ ਵਿੱਚ ਵੀ ਪ੍ਰਭੂ ਨੇ ਕਿਹਾ ਸੀ ਕਿ ਮੈਂ ਤੁਹਾਡੇ ਲਈ ਘਰ ਤਿਆਰ ਕਰਨ ਜਾ ਰਿਹਾ ਵਾਂ। ਤੇ ਪਰ ਫਿਰ ਵੀ ਉਹ ਜਿੱਦਾਂ ਚੇਲੇ ਇੱਥੇ ਡਰੇ ਹੋਏ ਨੇ, ਪਰ ਅਸੀਂ ਇੱਥੇ ਦੇਖਦੇ ਹਾਂ ਕਿ ਪ੍ਰਭੂ ਯਿਸੂ ਹਮੇਸ਼ਾ ਸਾਡੇ ਨਾਲ ਨੇ। ਭਾਵੇਂ ਹੁਣ ਇਸ ਟਾਈਮ ਵੀ ਸਾਡੇ ਨਾਲ ਨੇ। ਪਵਿੱਤਰ ਜਿਹੜਾ ਉਹਨਾਂ ਨੇ ਸਾਨੂੰ ਸੱਤ ਦਾ ਆਤਮਾ ਦਿੱਤਾ, ਉਸ ਦੇ ਰਾਹੀਂ ਸਾਨੂੰ ਇਹ ਫਿਰ ਜੁਆਈ ਦਿੰਦਾ ਹੈਗਾ ਜਦੋਂ ਸਾਨੂੰ ਪ੍ਰਭੂ ਯਿਸੂ ਏਦਾਂ ਇਸ 28 ਵਰਸ ਦੇ ਵਿੱਚ ਕਹਿੰਦੇ ਨੇ ਕਿ ਉਹ ਹਮੇਸ਼ਾ ਸਾਡੇ ਨਾਲ ਨੇ। ਤੇ ਫਿਰ ਉਸ ਤੋਂ ਬਾਅਦ ਹੈਗਾ 29 ਇਹਦੇ ਵਿੱਚ ਹੈਗਾ, ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਤਾਂ ਤੁਸੀਂ ਖੁਸ਼ ਵੀ ਹੁੰਦੇ ਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ, ਕਿਉਂਕਿ ਪਿਤਾ ਮੇਰੇ ਤੋਂ ਮਹਾਨ ਹੈ। ਸੋ ਇੱਥੇ ਮੈਂ ਦੇਖਦੀ ਪਈ ਹਾਂ ਕਿ ਪ੍ਰਭੂ ਯਿਸੂ ਜਦੋਂ ਇਹ ਇੱਥੇ ਸੀਗੇ, ਉਹ ਫਿਜ਼ੀਕਲ ਸੀਗੇ, ਜਿੱਦਾਂ ਆਪਾਂ ਕਹਿ ਦਿੰਦੇ ਆ ਉਹ ਕਹਿੰਦੇ ਨੇ ਮੈਂ ਤੇ ਪਿਤਾ ਇੱਕ ਆ, ਪਰ ਫਿਰ ਵੀ ਇੱਥੇ ਉਹ ਇੱਕ ਜਿੱਦਾਂ ਧਰਤੀ ਤੇ ਸੀਗੇ, ਆਪਣੇ ਇਨਸਾਨੀ ਸਰੀਰ ਦੇ ਵਿੱਚ ਸੀ, ਪਰ ਫਿਰ ਵੀ ਉਹ ਆਪਣੇ ਪਿਤਾ ਦੀ ਰਿਸਪੈਕਟ ਕਰਦੇ ਆ, ਜਿਵੇਂ ਉਹ ਕਹਿੰਦੇ ਕਿ ਪਿਤਾ ਮੇਰੇ ਤੋਂ ਮਹਾਨ ਆ। ਸੋ ਸਾਨੂੰ ਇੱਥੋਂ ਪਤਾ ਲੱਗਦਾ ਕਿ ਲਾਈਕ ਉਹ ਆਪਦੇ ਆਪ ਨੂੰ ਮਹਿਮਾ ਨਹੀਂ ਦਿੰਦੇ ਹੈਗੇ, ਆਪਣੇ ਪਿਤਾ ਨੂੰ ਮਹਿਮਾ ਦਿੰਦੇ ਆ। ਸੋ ਹੁਣ ਹੈਗਾ 29, ਹੁਣ ਤੁਹਾਨੂੰ ਇਹ ਸਭ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਜਦੋਂ ਇਹ ਹੋਵੇ ਤੁਸੀਂ ਵਿਸ਼ਵਾਸ ਕਰੋ। ਸੋ ਪ੍ਰਭੂ ਉਹਨਾਂ ਨੂੰ ਦੱਸਦੇ ਪਏ ਨੇ ਕਿ ਕਿੱਦਾਂ ਉਹਨਾਂ ਨੇ ਕ੍ਰਾਸ ਤੇ ਜਾਣਾ ਤੇ ਕ੍ਰਾਸ ਤੇ ਜਾ ਕੇ ਫਿਰ ਉਹਨੇ ਤੀਸਰੇ ਦਿਨ ਜਿੰਦਾ ਹੋਣਾ। ਸੋ ਇਹ ਸਭ ਕੁਝ ਪ੍ਰਭੂ ਉਹਨਾਂ ਨੂੰ ਦੱਸਦੇ ਪਏ ਨੇ। ਸੋ 30 ਤੇ 31 ਦੇ ਵਿੱਚ ਲਿਖਿਆ ਵਾ ਕਿ ਮੈਂ ਤੁਹਾਡੇ ਨਾਲ ਹੋਰ ਜ਼ਿਆਦਾ ਦੇਰ ਨਹੀਂ ਬੋਲਾਂ, ਕਿਉਂਕਿ ਇਸ ਸੰਸਾਰ ਦਾ ਸਰਦਾਰ ਆ ਰਿਹਾ ਹੈ,
ਉਸ ਨੂੰ ਮੇਰੇ ਉੱਤੇ ਕੋਈ ਅਧਿਕਾਰ ਨਹੀਂ। ਸੋ ਇੱਥੇ ਪ੍ਰਭੂ ਕਹਿੰਦੇ ਪਏ ਨੇ ਕਿ ਦੁਨੀਆ ਦਾ ਸਰਦਾਰ ਦਾ ਮਤਲਬ ਹੈਗਾ ਸ਼ੈਤਾਨ, ਕਿਉਂਕਿ ਸ਼ੈਤਾਨ ਕੋਲ ਦੁਨੀਆ ਤੇ ਅਧਿਕਾਰ ਹੈਗਾ, ਪਰ ਉਹਦਾ ਦੁਨੀਆ ਤੇ ਅਧਿਕਾਰ ਹੈਗਾ ਉਹਦਾ ਕਿਉਂਕਿ ਬਾਬੇ ਆਦਮ ਦੀ ਆਗਿਆਕਾਰੀ ਕਰਕੇ, ਕਿਉਂਕਿ ਉਹਨਾਂ ਨੇ ਪਾਪ ਕੀਤਾ ਸੀਗਾ, ਇਸ ਕਰਕੇ ਜਿਹੜਾ ਸ਼ੈਤਾਨ ਆ ਉਸਦਾ ਦੁਨੀਆ ਤੇ ਅਧਿਕਾਰ ਆ। ਪਰ ਪ੍ਰਭੂ ਯਿਸੂ ਤੇ ਉਸਦਾ ਕੋਈ ਅਧਿਕਾਰ ਨਹੀਂ, ਕਿਉਂਕਿ ਪ੍ਰਭੂ ਯਿਸੂ ਮਸੀਹ ਪਾਪ ਰਹਿਤ ਸੀ, ਉਹਨਾਂ ਨੇ ਕਦੇ ਪਾਪ ਨਹੀਂ ਕੀਤਾ ਸੀਗਾ। ਸੋ ਸ਼ੈਤਾਨ ਦਾ ਸਾਡੇ ਉੱਪਰ ਵੀ ਜੋ ਅਸੀਂ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਹਾਂ, ਸਾਡੇ ਉੱਪਰ ਵੀ ਉਹਦਾ ਕੋਈ ਅਧਿਕਾਰ ਨਹੀਂ ਹੈਗਾ, ਕਿਉਂਕਿ ਅਸੀਂ ਮਸੀਹ ਦੇ ਖੂਨ ਨਾਲ ਖਰੀਦੇ ਗਏ ਹਾਂ। ਸੋ ਪ੍ਰਭੂ ਦੀ ਜਿਹੜੀ ਰਾਈਚਸਨੈਸ ਆ, ਇਸੇ ਕਰਕੇ ਅਸੀਂ ਵੀ ਉਹਦੇ ਵਿੱਚ ਰਾਈਚਸਨੈਸ ਆ, ਅਸੀਂ ਉਹਦੇ ਚ ਠੀਕ ਠਹਿਰਾਏ ਗਏ ਹਾਂ। ਤੇ ਸ਼ੈਤਾਨ ਸਾਡੇ ਤੇ ਅਟੈਕ ਤਾਂ ਬਹੁਤ ਕਰਦਾ ਤਰ੍ਹਾਂ ਦੇ ਤਰੀਕਿਆਂ ਦੇ ਨਾਲ, ਪਰ ਸਾਨੂੰ ਯਿਸੂ ਮਸੀਹ ਤੇ ਵਿਸ਼ਵਾਸ ਕਰਨਾ ਚਾਹੀਦਾ, ਉਹਨਾਂ ਦੇ ਹੁਕਮਾਂ ਤੇ ਚੱਲਣਾ ਚਾਹੀਦਾ। ਫਿਰ ਸ਼ੈਤਾਨ ਦੀ ਸਾਡੇ ਉੱਪਰ ਕੋਈ ਵੀ ਪਾਵਰ ਨਹੀਂ ਹੈਗੀ, ਕੋਈ ਵੀ ਏਦਾਂ ਦੀ ਨਹੀਂ ਹੈਗੀ ਜਿਹੜੀ ਜਿਹਦੇ ਨਾਲ ਉਹ ਸਾਨੂੰ ਏਦਾਂ ਸਾਡਾ ਉਹਦੇ ਤੇ ਅਧਿਕਾਰ ਆ। ਸੋ ਹੁਣ 21 ਵਾਲਾ ਤੇ 24 ਵਾਲਾ, ਸੋ ਜਦੋਂ ਮੈਂ ਇਹ ਪੜ੍ਹਦੀ ਪਈ ਸੀ, ਜਿਹੜਾ ਹੈਗਾ 15 ਵਰਸ, ਉਹਦੇ ਵਿੱਚ ਲਿਖਿਆ ਕਿ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੁਸੀਂ ਮੇਰੀ ਆਗਿਆਵਾਂ ਦਾ ਵੀ ਪਾਲਣ ਕਰੋਗੇ। ਸੋ 21 ਦੇ ਵਿੱਚ ਲਿਖਿਆ, ਜੋ ਮੇਰੀਆਂ ਆਗਿਆਵਾਂ ਨੂੰ ਮੰਨਦਾ ਹੈ ਅਤੇ ਉਹਨਾਂ ਤੇ ਚੱਲਦਾ ਹੈ, ਉਹੀ ਹੈ ਜੋ ਮੈਨੂੰ ਪਿਆਰ ਕਰਦਾ ਹੈ। ਸੋ ਇਹ ਦੋ ਸੇਮ ਵਰਸ ਹੈਗੇ ਨੇ। ਸੋ ਦਾ ਮੀਨ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਦੋ ਨਹੀਂ, ਐਕਚੁਅਲੀ 10 ਵੀ ਹੈਗੇ ਨੇ, 3 ਵਾਰ ਹੈ ਕਿ 24 ਦੇ ਵਿੱਚ ਵੀ ਹੈਗਾ। ਸੋ ਸਾਨੂੰ ਇਹੀ ਹੈ ਕਿ ਪ੍ਰਭੂ ਸਾਨੂੰ ਬਾਰ-ਬਾਰ ਇਹੀ ਕਹਿੰਦੇ ਨੇ ਕਿ ਤੁਸੀਂ ਮੇਰੀਆਂ ਆਗਿਆਵਾਂ ਤੇ ਚੱਲੋ। ਜਿਵੇਂ ਪ੍ਰਭੂ ਨੇ ਕਿਹਾ ਸਾਨੂੰ ਸਾਡੇ ਆਪਣੇ ਗੁਆਂਢੀਆਂ ਨੂੰ ਪਿਆਰ ਕਰੋ, ਤੇ ਸਾਨੂੰ ਦੂਸਰਿਆਂ ਨੂੰ ਮਾਫ ਕਰਨਾ ਚਾਹੀਦਾ, ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ, ਬਿਮਾਰਾਂ ਲਈ ਪ੍ਰਾਰਥਨਾਵਾਂ ਕਰਨੀਆਂ ਚਾਹੀਦੀਆਂ ਨੇ। ਸੋ ਏਦਾਂ ਹੀ ਸਾਨੂੰ ਯਿਸੂ, ਜਿੱਦਾਂ ਹੁਣ ਅਸੀਂ ਇਹ ਵੀ ਦੇਖਿਆ ਸੀਗਾ, ਸੋ ਪ੍ਰਭੂ ਨੇ ਜਿੱਦਾਂ ਮੈਂ ਜੋਸ਼ੂਆ ਦਾ ਸ਼ੇਅਰ ਕੀਤਾ ਸੀ, ਜੋਸ਼ੂਆ ਦੇ ਵਿੱਚ ਵੀ ਪ੍ਰਭੂ ਨੇ ਕਿਹਾ ਸੀਗਾ ਕਿ ਮੈਂ ਹਮੇਸ਼ਾ ਤੇਰੇ ਨਾਲ ਆ, ਪਰ ਪ੍ਰਭੂ ਨੇ ਇਹ ਵੀ ਕਿਹਾ ਸੀਗਾ ਕਿ ਤੇਰੇ ਮੂੰਹ ਤੋਂ ਵਿਵਸਥਾ ਦੀ ਪੋਥੀ ਦੀ ਕੋਈ ਗੱਲ ਏਦਾਂ ਨਾ ਹੋਵੇ। ਸੋ ਸਾਨੂੰ ਵੀ ਪ੍ਰਭੂ ਇੱਥੇ ਇਹੀ ਕਹਿ ਰਹੇ ਨੇ, ਮੈਂ ਇਹ ਸਾਰੀਆਂ ਜਿਹੜਾ ਚੈਪਟਰ ਪ੍ਰੋਮਿਸ ਨਾਲ ਭਰਿਆ ਪਿਆ, ਪਰ ਪ੍ਰਭੂ ਕਹਿੰਦੇ ਜੇ ਤੁਸੀਂ ਮੈਨੂੰ ਪਿਆਰ ਕਰਦੇ ਤੇ ਮੇਰੀਆਂ ਆਗਿਆਵਾਂ ਨੂੰ ਵੀ ਮੰਨੋਗੇ। ਸੋ ਸਾਨੂੰ ਸਿੱਖਣ ਨੂੰ ਇਹੀ ਮਿਲਦਾ ਹੈਗਾ ਕਿ ਸਾਨੂੰ ਜੋ ਵੀ, ਕਿਉਂਕਿ ਪ੍ਰਭੂ ਨੇ ਸਾਡੇ ਲਈ ਸਾਰਾ ਕੁਛ ਕਰਤਾ, ਸਾਡੇ ਲਈ ਜਾਨ ਤੱਕ ਦੇਤੀ। ਜੇ ਸਾਨੂੰ ਕਿਸੇ ਨੂੰ ਮਾਫ ਕਰਨਾ ਔਖਾ ਲੱਗਦਾ ਤਾਂ ਸਾਨੂੰ ਪ੍ਰਭੂ ਨੇ 7 ਦਾ ਆਤਮਾ ਦਿੱਤਾ, ਜਿਹੜਾ ਕਿ ਦੂਸਰਾ ਮਦਦਗਾਰ ਆ, ਉਹਦੇ ਵਰਗਾ ਜਿਹੜਾ ਇਸ ਦੁਨੀਆ ਦਾ ਸਰਦਾਰ ਆ ਉਸ ਤੋਂ ਕਿਤੇ ਪਾਵਰਫੁਲ ਆ, ਜਿਹੜਾ ਕਿਉਂਕਿ ਮੈਂ ਮਹਿਸੂਸ ਕਰਦੀ ਪਈ ਸੀ ਕਿ ਉਹ ਪਵਿੱਤਰ ਆਤਮਾ ਵਾ ਜਿਹੜਾ ਪਰਮੇਸ਼ਰ ਨੇ ਸਾਨੂੰ ਦਿੱਤਾ, ਜਿਹਨੇ ਮਸੀਹ ਨੂੰ ਯਿਸੂ ਮਸੀਹ ਨੂੰ ਮੁਰਦਿਆਂ ਵਿੱਚੋਂ ਜਿੰਦਾ ਕੀਤਾ। ਰੋਮਨ ਦੇ ਵਿੱਚ ਲਿਖਿਆ ਹੋਇਆ। ਸੋ ਸਾਡੇ ਕੋਲ ਬਹੁਤ ਵੱਡਾ ਹੈਲਪਰ ਆ। ਸੋ ਜਦੋਂ ਫਿਰ 22 ਦੇ ਵਿੱਚ ਜਿਹੜਾ ਯਹੂਦਾ, ਇਹ ਉਹ ਯਹੂਦਾ ਨਹੀਂ ਹੈਗਾ ਜਿਹਨੇ ਪ੍ਰਭੂ ਨੂੰ ਫੜਾਇਆ ਸੀ, ਇਹ ਕੋਈ ਹੋਰ ਯਹੂਦਾ ਹੈਗਾ। ਉਹਨੇ ਜਦੋਂ ਕਿਹਾ ਕਿ ਪ੍ਰਭੂ ਜੀ ਤੁਸੀਂ ਕਹਿੰਦੇ ਆ ਕਿ ਬਾਕੀ ਸੰਸਾਰ ਉੱਤੇ ਪ੍ਰਗਟ ਨਹੀਂ ਕਰੋਗੇ, ਕਿਉਂਕਿ ਚੇਲੇ ਜਾਣਦੇ ਸਨ ਕਿ ਪ੍ਰਭੂ ਯਿਸੂ ਮਸਾਇਆ ਨੇ, ਤੇ ਯਹੂਦੀ ਲੋਕਾਂ ਦੀ ਤਰ੍ਹਾਂ ਉਹ ਵੀ ਐਕਸਪੈਕਟ ਕਰਦੇ ਸੀ ਕਿ ਜਿਹੜਾ ਮਸਾਇਆ ਆਊਗਾ ਸਾਨੂੰ ਰੋਮਨ ਸਰਕਾਰ ਤੋਂ ਫ੍ਰੀ ਕਰੂਗਾ। ਇਸ ਕਰਕੇ ਉਹਨੇ ਯਹੂਦਾ ਨੇ ਪੁੱਛਿਆ ਸੀ ਕਿ ਪ੍ਰਭੂ ਜੀ ਇਹਦਾ ਕੀ ਮਤਲਬ ਆ, ਤੁਸੀਂ ਸੰਸਾਰ ਤੇ ਤੁਸੀਂ ਆਪਣੇ ਆਪ ਨੂੰ ਸੰਸਾਰ ਤੇ ਪ੍ਰਗਟ ਨਹੀਂ ਕਰੋਗੇ, ਕਿਉਂਕਿ ਯਿਸੂ ਦੇ ਦੁਆਰਾ ਜੀ ਉੱਠਣ ਤੋਂ ਬਾਅਦ ਵੀ ਇਹ ਗੱਲ ਉਹਨਾਂ ਨੂੰ ਸਮਝ ਲੱਗੀ ਸੀਗੀ ਚੇਲਿਆਂ ਨੂੰ ਕਿ ਉਹ ਪ੍ਰਭੂ ਯਿਸੂ ਮਸਾਇਆ ਸਨ, ਪਰ ਉਹਨਾਂ ਲਈ ਜਿੱਦਾਂ ਲੋਕ ਚਾਹੁੰਦੇ ਸੀਗੇ ਕਿ ਉਹ ਰੋਮਨ ਸਰਕਾਰ ਤੋਂ ਸਾਨੂੰ ਆਜ਼ਾਦੀ ਦਿਵਾਉਣਗੇ, ਪਰ ਏਦਾਂ ਨਹੀਂ ਸੀਗਾ। ਇਸ ਕਰਕੇ ਕਈ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ। ਸੋ ਅੱਜ ਵੀ 2000 ਸਾਲ ਬਾਅਦ ਜਿੱਦਾਂ ਲੋਕ ਗੁੱਡ ਨਿਊਜ਼ ਸੁਣਦੇ ਹੈਗੇ ਨੇ, ਪਰ ਉਹ ਲੋਕ ਵਿਸ਼ਵਾਸ ਨਹੀਂ ਕਰਦੇ, ਕਿਉਂਕਿ ਇਸੇ ਕਰਕੇ ਪ੍ਰਭੂ ਯਿਸੂ ਇਸ ਚੈਪਟਰ ਦੇ ਇਸ ਵਰਸ ਦੇ ਵਿੱਚ ਕਹਿੰਦੇ ਨੇ ਕਿ ਸੰਸਾਰ ਮੈਂ ਆਪਣੇ ਆਪ ਨੂੰ ਸੰਸਾਰ ਤੇ ਪ੍ਰਗਟ ਨਹੀਂ ਕਰੂੰਗਾ, ਕਿਉਂਕਿ ਲੋਕ ਵਿਸ਼ਵਾਸ ਨਹੀਂ ਕਰਦੇ। ਕਿਉਂਕਿ ਪ੍ਰਭੂ ਕਹਿੰਦੇ ਜਿਹੜਾ ਮੇਰੇ ਤੇ ਵਿਸ਼ਵਾਸ ਕਰੂਗਾ ਉਹਦੇ ਤੇ ਹੀ ਮੈਂ ਆਪਣੇ ਆਪ ਉਹਨਾਂ ਨੂੰ ਪ੍ਰਗਟ ਕਰੂੰਗਾ। ਸੋ ਉਹੀ ਤਾਂ ਜਿੱਦਾਂ ਮੈਂ ਪਹਿਲਾਂ ਦੱਸਿਆ 15, 20, 23, 15, 21, 23 ਤੇ ਪ੍ਰਭੂ ਨੇ ਕਿਹਾ ਕਿ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੁਸੀਂ ਮੇਰੀਆਂ ਆਗਿਆਵਾਂ ਨੂੰ ਵੀ ਮੰਨੋਗੇ। ਸੋ ਉਸ ਤੋਂ ਬਾਅਦ ਫਿਰ ਪ੍ਰਭੂ ਨੇ ਇਹ ਵੀ ਕਿਹਾ ਹੈਗਾ, ਪਰ ਜੋ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਵਚਨਾਂ ਨੂੰ ਵੀ ਮੰਨਦਾ ਹੈ। ਇਹ ਵਚਨ ਜੋ ਤੁਸੀਂ ਸੁਣ ਰਹੇ ਹੋ ਮੇਰੇ ਨਹੀਂ, ਇਹ ਮੇਰੇ ਭੇਜਣ ਵਾਲੇ ਦੇ ਹਨ। ਸੋ ਜਿੱਦਾਂ ਪ੍ਰਭੂ ਯਿਸੂ ਇੱਥੇ ਕਹਿੰਦੇ ਨੇ ਕਿ ਜਿੰਨਾ ਟਾਈਮ ਪਿਤਾ ਉਹਨਾਂ ਨੂੰ ਨਹੀਂ ਕੋਈ ਦਿੰਦਾ,
ਉਹਨਾਂ ਟਾਈਮ ਪ੍ਰਭੂ ਯਿਸੂ ਕੋਲ ਅਸੀਂ ਜਾ ਨਹੀਂ ਸਕਦੇ। ਜਿਵੇਂ ਇਸੇ ਚੈਪਟਰ ਦੇ 6:4-44 ਵਿੱਚ ਲਿਖਿਆ ਹੋਇਆ ਵਾ ਕਿ ਮੇਰੇ ਕੋਲ ਕੋਈ ਨਹੀਂ ਆ ਸਕਦਾ ਜਦੋਂ ਤੱਕ ਕਿ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ ਉਹ ਮੇਰੇ ਵੱਲ ਆਉਣ ਦੇ ਲਈ ਪ੍ਰੇਰਿਤ ਨਾ ਕਰੇ। ਸੋ ਸੱਤ ਦਾ ਆਤਮਾ, ਜਿਹੜਾ ਸੱਤ ਦਾ ਆਤਮਾ ਵਾ, ਹੋਲੀ ਸਪਿਰਿਟ ਵੈਰੀ ਪਾਵਰਫੁਲ, ਉਸ ਦੇ ਰਾਹੀਂ ਅਸੀਂ ਸਭ ਕੁਝ ਕਰ ਸਕਦੇ ਹਾਂ। ਜਿੱਦਾਂ ਜਦੋਂ ਅਸੀਂ ਪ੍ਰਭੂ ਦੀ ਆਗਿਆਵਾਂ ਤੇ ਮੰਨਦੇ ਹਾਂ, ਮੈਂ ਇਹ ਆਪਣੀ ਲਾਈਫ ਵਿੱਚ ਦੇਖਿਆ ਕਿ ਬੜੀ ਸ਼ਾਂਤੀ ਮਿਲਦੀ ਆ। ਸੋ ਸਾਨੂੰ ਫਿਰ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਕਿ ਹਾਂ ਅਸੀਂ ਮਸੀਹ ਆ। ਜਦੋਂ ਲੋਕ ਸਾਡੀਆਂ ਬਦਲੀਆਂ ਜ਼ਿੰਦਗੀਆਂ ਨੂੰ ਦੇਖਦੇ ਨੇ, ਕਿਉਂਕਿ ਪਵਿੱਤਰ ਆਤਮਾ ਸਾਡੀ ਮਦਦ ਕਰਦਾ ਵਾ। ਅਸੀਂ ਸਾਰੇ ਕਮਜ਼ੋਰ ਆ, ਕਿਸੇ ਨਾ ਕਿਸੇ ਚੀਜ਼ ਵਿੱਚ ਕਮਜ਼ੋਰ ਆ, ਪਰ ਫਿਰ ਜਿੱਦਾਂ ਲੋਕ ਫਿਰ ਦੇਖਦੇ, ਜਿਵੇਂ ਰਾਤ ਪਾਸਟਰ ਜੀ ਕਹਿੰਦੇ ਸੀਗੇ ਕਿ ਅਸੀਂ, ਫਿਰ ਲੋਕ ਕਹਿੰਦੇ ਤੁਸੀਂ ਡਿਫਰੈਂਟ ਲੋਕ ਆ, ਤੁਹਾਡੇ 'ਚ ਸ਼ਾਂਤੀ ਆ। ਸੋ ਸਾਡੀਆਂ ਬੜੀਆਂ ਗੱਲਾਂ ਉਨ ਲੋਕਾਂ ਨਾਲੋਂ ਡਿਫਰੈਂਟ ਨੇ।